ਚੰਡੀਗੜ੍ਹ ਸਾਡੇ ਕਈ ਰਿਸ਼ਤੇਦਾਰ ਨੇ, ਪਰ ਅਸੀਂ ਕਿਸੇ ਦੇ ਨਹੀਂ ਗਏ। ਰੋਗੀ ਨੂੰ ਲੈ ਕੇ ਜਾਣਾ ਕੀ ਚੰਗਾ ਲੱਗਦਾ। ਹਸਪਤਾਲ ਦੇ ਨੇੜੇ ਹੀ 15 ਸੈਕਟਰ 'ਚ ਕਮਰਾ ਰਸੋਈ ਲੈ ਕੇ ਰਹਿਣ ਲੱਗੇ। ਹਸਪਤਾਲ ਤੋਂ ਵਿਹਲੇ ਹੋ ਕੇ ਅਸੀਂ ਦਿਓਰ ਭਰਜਾਈ ਪਕਾਉਂਦੇ ਖਾਂਦੇ ਤਾਸ਼ ਖੇਡਦੇ ਸ਼ਾਮ ਨੂੰ ਸੈਰ ਨੂੰ ਨਿਕਲ ਜਾਂਦੇ ਜਾਂ ਸ਼ਾਪਿੰਗ ਸੈਂਟਰਾਂ ਨੂੰ। ਲੋਕਾਂ ਦੀ ਭੀੜ 'ਚ ਸੱਤੀ ਦਾ ਦਿਲ ਲੱਗਦਾ ਸੀ। ਉਹ ਜੋ ਕੁਝ ਪਸੰਦ ਕਰਦਾ ਮੈਂ ਖਰੀਦ ਲੈਂਦੀ। ਕਈ ਕਾਸਮੈਟਿਕਸ ਉਹ ਮੇਰੇ ਵਾਸਤੇ ਵੀ ਪਸੰਦ ਕਰਦਾ, ਮੈਂ ਖਰੀਦ ਲੈਂਦੀ। ਇੱਕ ਦਿਨ ਉਹਨੂੰ ਇੱਕ ਸਕਾਰਫ ਆ ਗਿਆ। ਇੰਨੇ ਗੂੜੇ ਲਾਲ ਨੀਲੇ ਪੀਲੇ ਰੰਗਾਂ ਦਾ ਉਹ ਸਕਾਰਫ ਮੈਨੂੰ ਕੀ ਚੰਗਾ ਲੱਗਣਾ ਸੀ, ਪਰ ਸੱਤੀ ਦੀ ਖਾਹਿਸ਼ ਸੀ ਜਾਂ ਜਿੱਦ। ਮੈਨੂੰ ਦੁਕਾਨ ਤੋਂ ਬੰਨ੍ਹ ਕੇ ਉਹਦੇ ਨਾਲ ਤੁਰ ਕੇ ਘਰ ਤੱਕ ਆਉਣਾ ਪਿਆ, ਬੰਨ੍ਹ ਕੇ ਹੀ ਬਿਸਤਰੇ 'ਤੇ ਪੈਣਾ ਪਿਆ। ਠੰਡ ਨਹੀਂ ਸੀ ਰਹੀ, ਉਹ ਤਾਂ ਵੀ ਚਾਹੁੰਦਾ ਸੀ ਕਿ ਰਾਤ ਨੂੰ ਬੂਹੇ ਬਾਰੀਆਂ ਬੰਦ ਹੋਣ। ਇਸਤਰੀ ਨੂੰ ਦੇਖਣ ਦੀ ਉਹਦੀ ਭੁੱਖ ਮਿਟਦੀ ਨਹੀਂ ਸੀ। ਕਦੇ ਕਦੇ ਉਹ ਮੈਨੂੰ ਦੇਖਦਾ ਦੇਖਦਾ ਸੋਚਦਾ ਸੋਚਦਾ ਮੇਰੀਆਂ ਛਾਤੀਆਂ 'ਚ ਨੱਕ ਘੁਸਾ ਕੇ ਰੋਣ ਲੱਗ ਪੈਂਦਾ। ਹਸਪਤਾਲ 'ਚ ਕੋਈ ਮੈਨੂੰ ਪੁੱਛਦਾ, ਕਿਉਂ ਬੀਬੀ, ਇਹ ਤੇਰਾ ਭਾਈ ਹੈ? ਮੈਂ ਹਾਂ ਕਹਿ ਦਿੰਦੀ। ਜੇ ਕੋਈ ਪੁੱਛਦੀ ਤੇਰਾ ਪੁੱਤ ਹੈ, ਮੈਂ ਤਾਂ ਵੀ ਹਾਂ ਹੀ ਕਹਿੰਦੀ। ਜੇ ਕੋਈ ਪੁੱਛਦੀ ਤੇਰਾ ਕੀ ਲੱਗਦਾ ਹੈ, ਮੈਂ ਚੁੱਪ ਹੀ ਰਹਿੰਦੀ। ਕੀ ਦੱਸਦੀ? ਚੰਡੀਗੜ੍ਹ 'ਚੋਂ ਮੇਰਾ ਪਤੀ ਬਣ ਕੇ ਰਹਿ ਰਿਹਾ ਸੀ, ਮੇਰੇ ਸਰੀਰ ਦਾ ਸਵਾਮੀ। ਹੁਣ ਔਰਤ ਉਹਦੇ ਵਾਸਤੇ ਕੋਈ ਭੇਤ ਨਹੀਂ ਸੀ, ਰੂਟੀਨ ਬਣ ਗਈ ਸੀ। ਉਹਦਾ ਆਪਣਾ ਸਰੀਰ ਦਿਨੋਂ ਦਿਨ ਕਮਜ਼ੋਰ ਹੋਣ ਲੱਗ ਪਿਆ ਸੀ। ਬਿਜਲੀ ਦੇ ਇਲਾਜ ਕਰਕੇ ਜਾਂ ਉਹਦੀ ਮਾਨਸਿਕ ਹਾਲਤ ਕਰਕੇ ਕੁਝ ਕਿਹਾ ਨਹੀਂ ਜਾ ਸਕਦਾ। ਉਹਦੀ ਜ਼ਿੱਦ ਤੇ ਮੰਗ ਹੁਣ ਘਟਣ ਲੱਗ ਪਈ ਸੀ ਅਤੇ ਖਾਣ ਪੀਣ ਤੋਂ ਵੀ ਉਹਦਾ ਦਿਲ ਉਚਾਟ ਹੋਣ ਲੱਗ ਪਿਆ ਸੀ। ਉਹ ਕਦੇ ਸ਼ਰਾਬ ਪੀਂਦਾ, ਕਦੇ ਸਮਾਧੀਆਂ ਲਾਉਂਦਾ ਅਤੇ ਕਦੇ ਗੀਤਾ ਦੇ ਸ਼ਲੋਕ ਉੱਚੀ ਆਵਾਜ਼ 'ਚ ਪੜ੍ਹਦਾ ਰਹਿੰਦਾ। ਮੈਂ ਸੋਚਦੀ ਉਹਦਾ ਵਾਰ-ਵਾਰ ਇਹ ਸ਼ਲੋਕ ਪੜ੍ਹਨਾ, ਨੈਨਮ ਛਿੰਦਯੰਤੀ ਸ਼ਾਸਤਰਣੀ, ਕਿਸੇ ਨੂੰ ਸਹਾਰਾ ਕਿਵੇਂ ਦੇ ਸਕਦਾ ਹੈ? ਬੰਦਾ ਰੋਂਦਾ ਤਾਂ ਸਰੀਰ ਨੂੰ ਹੈ, ਆਤਮਾ ਦੇ ਅਮਰ ਅਜ਼ਰ ਹੋਣ ਨਾਲ ਉਸਨੂੰ ਕੀ ਫਰਕ ਪੈਂਦਾ ਹੈ? PGI ਦਾ ਕੋਰਸ ਪੂਰਾ ਕਰਕੇ ਅਸੀਂ ਘਰ ਆਏ ਤਾਂ ਉਹਨੂੰ ਦਲੀਆ ਖਾਣਾ ਵੀ ਔਖਾ ਹੋ ਗਿਆ ਸੀ। ਕਦੇ ਕਦੇ ਹਾਲਤ ਇੱਕਦਮ ਵਿਗੜ ਜਾਂਦੀ, ਸਾਹ ਲੈਣਾ ਮੁਸ਼ਕਲ ਹੋ ਜਾਂਦਾ। ਉਹ ਸਵੇਰ ਤੋਂ ਸ਼ਾਮ ਤੱਕ ਵਰਾਂਡੇ 'ਚ ਆਪਣੇ ਮੰਜੇ 'ਤੇ ਲੇਟਿਆ ਗੇਟ ਵੱਲ ਦੇਖਦਾ ਰਹਿੰਦਾ। ਕਦੇ ਕਦੇ ਅਚਾਨਕ ਡਰ ਜਾਂਦਾ। ਉਹਦੀ ਬਾਂਹ, ਲੱਤ ਜਾਂ ਸਾਰਾ ਸਰੀਰ ਕੰਬ ਜਾਂਦਾ, ਜਿਵੇਂ ਬੱਚੇ ਸੁਪਨਾ ਦੇਖ ਕੇ ਡਰਦੇ ਨੇ। ਕਦੇ ਉਸਦੇ ਹੱਥ ਤੇ ਬੁੱਲ੍ਹ ਕੰਬੀ ਜਾਂਦੇ। ਮੈਂ ਉਹਨੂੰ ਚਾਹ ਕੌਫੀ ਪਿਲਾਉਂਦੀ, ਉਹਦੇ ਕੋਲ ਬੈਠੀ ਉਹਦੇ ਹੱਥ ਘੁੱਟਦੀ ਰਹਿੰਦੀ। ਉਹ ਸ਼ਾਂਤ ਹੋ ਜਾਂਦਾ, ਪਰ ਗੇਟ ਵੱਲ ਦੇਖਣ ਦਾ ਉਹਦਾ ਅਮਲ ਨਾ ਮੁੱਕਦਾ। ਇੱਕ ਦਿਨ ਪਿਤਾ ਜੀ ਨੇ ਪੁੱਛ ਹੀ ਲਿਆ, ਸੱਤੀ ਦਾ ਕੀ ਹਾਲ ਹੈ? PGI ਦਾ ਡਾਕਟਰ ਕੀ ਕਹਿੰਦਾ? ਮੈਂ ਸਮਝ ਗਈ, ਮੇਰੇ ਪਿੱਛੋਂ ਤਾਈ ਆਈ ਹੋਵੇਗੀ, ਸਭ ਕੁਝ ਦੱਸ ਗਈ। ਮੈਂ ਕੋਈ ਜਵਾਬ ਨਾ ਦੇ ਸਕੀ ਤਾਂ ਪਿਤਾ ਜੀ ਖਿਝ ਗਏ। ਉਹਨਾਂ ਦੇ ਬੁੱਲ੍ਹ ਫਰਕਣ ਲੱਗ ਪਏ। ਇਹ ਨਿਸ਼ਾਨੀ ਹੈ ਸਾਰੇ ਆਨੰਦ ਖਾਨਦਾਨ ਦੀ, ਗੁੱਸੇ ਜਾਂ ਦੁਖੀ ਹੋਣ ਦੀ। ਮੈਂ ਡਰ ਗਈ। ਦੱਸ ਦਿੱਤਾ ਕਿ ਸੱਤੀ ਹੁਣ ਬਹੁਤਾ ਚਿਰ ਨਹੀਂ ਰਹਿਣਾ। ਆਖ ਕੇ ਮੈਂ ਭਾਂਡੇ ਚੁੱਕ ਕੇ ਛੇਤੀ ਜਣੀ ਰਸੋਈ 'ਚ ਚਲੀ ਗਈ। ਮੈਂ ਨਹੀਂ ਸੀ ਚਾਹੁੰਦੀ ਕਿ ਪਿਤਾ ਜੀ ਮੇਰੇ ਹੰਝੂ ਦੇਖਣ ਜਾਂ ਮੈਨੂੰ ਉਹਨਾਂ ਦੇ ਹੰਝੂ ਦੇਖਣੇ ਪੈਣ। ਉਹਨਾਂ ਦੀ ਇੰਨੀ ਗੱਲ ਫੁਸਕਦੀ ਮੇਰੇ ਪਿੱਛੇ ਆਈ ਸੀ, ਪਿੰਡ ਦੀ ਜ਼ਮੀਨ ਵੇਚ ਦਿਓ। ਸ਼ਾਮ ਨੂੰ ਚਾਹ ਵੇਲੇ ਪਿਤਾ ਜੀ ਨੇ ਸੱਤੀ ਨੂੰ ਬੁਲਾਇਆ। ਉਹ ਸਾਹਮਣੀ ਕੁਰਸੀ 'ਤੇ ਆ ਬੈਠਾ। ਪਿਤਾ ਜੀ ਦੇਖਦੇ ਰਹੇ, ਫਿਰ ਕੁਝ ਫੁਸਫਸਾ ਕੇ ਜੋੜ ਕੇ ਅੱਖਾਂ ਮੀਚ ਲਈਆਂ। ਮੈਂ ਸੱਤੀ ਨੂੰ ਇਸ਼ਾਰੇ ਨਾਲ ਉਠਾ ਦਿੱਤਾ। ਇੱਕ ਦਿਨ ਵਰਾਂਡੇ 'ਚ ਮੈਂ ਸੱਤੀ ਨੂੰ ਸਿਗਰਟ ਪੀਂਦੇ ਨੂੰ ਛੱਡ ਕੇ ਰਸੋਈ 'ਚ ਗਈ ਤਾਂ ਚੀਕ ਸੁਣਾਈ ਦਿੱਤੀ। ਮੈਂ ਭੱਜ ਕੇ ਆਈ। ਉਹ ਆਰਾਮ ਕੁਰਸੀ ਤੋਂ ਡਿੱਗਿਆ ਪਿਆ ਸੀ ਅਤੇ ਸਿਗਰਟ ਫਰਸ਼ 'ਤੇ ਪਿਆ ਸੁਲਗ ਰਿਹਾ ਸੀ। ਜ਼ਰਾ ਸਹਾਰੇ ਨਾਲ ਉੱਠ ਬੈਠਾ। ਕਹਿੰਦਾ, ਭਾਬੀ ਜੀ, ਮੇਰਾ ਸਾਹ ਰੁਕਣ ਲੱਗਾ ਸੀ। ਮੈਂ ਦੇਸੀ ਘੀ ਉਹਦੇ ਗੱਲ ਨੂੰ ਮਲਦੀ ਰਹੀ। ਆਖਰ ਡੈਡਲਾਈਨ ਵੀ ਆ ਗਈ। ਉਹ ਆਖਰੀ ਰਾਤ ਸੀ। ਮੈਨੂੰ ਨੀਂਦ ਨਹੀਂ ਸੀ ਆ ਰਹੀ। ਆਨੰਦ ਸਾਹਿਬ ਗਾਇਤਰੀ ਦਾ ਪਾਠ ਕਰ ਰਹੇ ਸਨ, ਪਰ ਸੱਤੀ ਸੁੱਤਾ ਪਿਆ ਸੀ। ਮੈਂ ਵਿੱਚ ਨੂੰ 2 ਵਾਰ ਉਹਨੂੰ ਦੇਖ ਕੇ ਆਈ ਸਾਂ। ਅਚਾਨਕ ਉਹਦੇ ਔਖੇ ਸਾਹਾਂ ਦੀ ਆਵਾਜ਼ ਰੁਕ ਗਈ। ਕੁਝ ਪਲ ਮੈਂ ਸਾਹ ਰੋਕੀ ਪਈ ਰਹੀ, ਫਿਰ ਉੱਠ ਕੇ ਉਹਦੇ ਕਮਰੇ 'ਚ ਗਈ। ਪੋਲੇ ਜਿਹੇ ਖੇਸੀ ਦਾ ਲੜ ਚੁੱਕ ਕੇ ਦੇਖਿਆ। ਉਹਦਾ ਸਾਹ ਚੱਲ ਰਿਹਾ ਸੀ, ਪਰ ਉਹਦਾ ਚਿਹਰਾ ਪੀਲਾ ਹੋ ਗਿਆ ਸੀ। ਝੁਕੀ ਹੋਈ ਮੈਂ ਉਸਦੇ ਚਿਹਰੇ ਨੂੰ ਨਿਹਾਰਦੀ ਰਹੀ, ਜਿਹੜਾ ਕਦੇ ਲਾਲ ਗੁਲਾਬ ਸੀ। ਆਪਣੇ ਕਮਰੇ 'ਚ ਮੈਂ ਟਾਈਮ ਦੇਖਿਆ, 11:45 ਵੱਜ ਚੁੱਕੇ ਸਨ। ਮੈਂ ਆਨੰਦ ਸਾਹਿਬ ਨੂੰ ਨੀਂਦ ਵਾਲੀ ਗੋਲੀ ਦਿੱਤੀ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ। ਉਹ ਰਾਤ ਨਿਕਲ ਗਈ। ਡਾਕਟਰ ਪੁਰੀ ਦੀ ਡੈਡਲਾਈਨ। ਸਵੇਰੇ ਉੱਠ ਕੇ ਆਨੰਦ ਸਾਹਿਬ ਨੇ ਫਿਰ ਹਵਨ ਕੀਤਾ। ਪਿਤਾ ਜੀ ਦੇ ਹੁਕਮ ਅਨੁਸਾਰ ਕਿੰਨਾ ਸਾਰਾ ਅਨਾਜ ਤੇ ਵਸਤਰ ਸੱਤੀ ਦੇ ਹੱਥੋਂ ਮਨਸਾਇਆ ਗਿਆ। ਤੀਜੇ ਕੋ ਪੈਰ ਸੱਤੀ ਆਰਾਮ ਕੁਰਸੀ 'ਚ ਬੈਠਾ ਡਿੱਗ ਪਿਆ। ਆਨੰਦ ਸਾਹਿਬ ਘਰੇ ਸਨ। ਅਸੀਂ ਕਾਲ ਨਾਲ ਚੁੱਕ ਕੇ ਡਾਕਟਰ ਪੁਰੀ ਦੇ ਕਲੀਨਿਕ ਲੈ ਗਏ। ਉਹਨਾਂ ਨੇ ਪਤਾ ਨਹੀਂ ਕਿਵੇਂ ਕੀ ਕੀਤਾ, ਸਾਹ ਠੀਕ ਹੋ ਗਿਆ। ਫਿਰ 10 ਦਿਨਾਂ 'ਚ ਪੂਰਾ ਸਿਹਤਮੰਦ ਹੋ ਕੇ ਉਸਨੇ ਡਾਕਟਰ ਪੁਰੀ ਨੂੰ ਵੀ ਹੈਰਾਨ ਕਰ ਦਿੱਤਾ। ਉਹ ਮੁੜ ਕੇ ਘੋੜੇ ਵਰਗਾ ਹੋ ਗਿਆ, ਸਭ ਕੁਝ ਖਾਂਦਾ ਪੀਂਦਾ ਤੇ ਅਵਾਰਾਗਰਦੀ ਕਰਦਾ। ਫਿਰ ਉਹ ਸਾਰੇ ਕੰਮ ਕਰਨ ਲੱਗ ਪਿਆ ਸੀ ਜਿਹੜੇ ਮੈਨੂੰ ਨਹੀਂ ਸੀ ਚੰਗੇ ਲੱਗਦੇ, ਜਿਨ੍ਹਾਂ ਕਰਕੇ ਮੈਨੂੰ ਉਸ 'ਤੇ ਅਤੇ ਆਪਣੇ ਆਪ 'ਤੇ ਸ਼ਰਮ ਆਉਂਦੀ। ਉਹ ਅਕਸਰ ਸੰਤੋਸ਼ ਕੋਲ ਚੁਬਾਰੇ 'ਚ ਬੈਠਾ ਰਹਿੰਦਾ, ਤਾਇਆ ਜੀ ਦੇ ਲਫੈਂਡ ਮੁੰਡਿਆਂ ਨਾਲ ਖਾਂਦਾ ਪੀਂਦਾ, ਲੱਚਰ ਜਿਹੀਆਂ ਹਰਕਤਾਂ ਕਰਦਾ। ਧੱਕੇ ਨਾਲ ਹੀ ਮੇਰੇ ਪਰਸ 'ਚੋਂ ਪੈਸੇ ਕੱਢ ਕੇ ਲੈ ਜਾਂਦਾ। ਇੱਥੋਂ ਤੱਕ ਕਿ ਮੈਂ ਉਹਨੂੰ ਕਦੇ ਪਿਆਰ ਕਰਦੀ ਤਾਂ ਉਹਦੀ ਨਜ਼ਰ 'ਚ ਉਹ ਪਿਆਰ ਹੀ ਨਾ ਦਿਸਦਾ।
ਲੱਗਦਾ ਜਿਵੇਂ ਕੋਈ ਬਦਮਾਸ਼ ਦਿਖਦਾ ਹੈ, ਜਿਵੇਂ ਮੈਨੂੰ ਫੜਨਾ ਉਹਦਾ ਅਧਿਕਾਰ ਹੁੰਦਾ ਹੈ, ਜਿਵੇਂ ਕਿਸੇ ਤੋਂ ਕੋਈ ਚੀਜ਼ ਉਧਾਰੀ ਜਾਂ ਮੰਗਵੀ ਲੈ ਲੈਣੀ ਉਹਦਾ ਹੱਕ ਬਣ ਗਿਆ ਸੀ। ਉਹ ਦੂਜਿਆਂ ਦੇ ਸਿਰ ਤੇ ਪਲਣ ਵਾਲਾ ਬਦਮਾਸ਼ ਬਣ ਗਿਆ ਸੀ, ਜਿਹਦੀ ਬਦਮਾਸ਼ੀ ਦਾ ਕਾਰਨ ਸ਼ਕਤੀ ਨਹੀਂ ਕੈਂਸਰ ਸੀ। ਕੈਂਸਰ ਉਸ ਨੂੰ ਮਾਰ ਰਿਹਾ ਸੀ ਤੇ ਕੈਂਸਰ ਨਾਲੋਂ ਸਾਨੂੰ ਮਾਰ ਰਿਹਾ ਸੀ। 1.5 ਮਹੀਨੇ ਬਾਅਦ ਉਹਦੀ ਤਬੀਅਤ ਫਿਰ ਵਿਗੜਨ ਲੱਗ ਪਈ। ਥੁੱਕ 'ਚ ਖੂਨ ਵਰਗਾ ਕੁਝ ਆਉਂਦਾ ਤਾਂ ਉਹ ਹੌਲ ਜਾਂਦਾ। ਆਨੰਦ ਸਾਹਿਬ ਘਬਰਾ ਜਾਂਦੇ। ਮੈਂ ਫਿਰ ਦਵਾਈਆਂ ਦਾ ਜ਼ੋਰ ਪਾ ਦਿੱਤਾ। ਇੱਕ ਸ਼ਾਮ ਥੱਕੇ ਹਾਰੇ ਆਨੰਦ ਸਾਹਿਬ ਬੈਠੇ ਸੋਚਦੇ ਬੋਲੇ, ਪਤਾ ਨਹੀਂ ਹੋਰ ਕਿੰਨਾ ਚਿਰ ਇਹ ਨਰਕ। ਪਰਮਾਤਮਾ ਦਾ ਨਾਮ ਲਓ, ਸਭ ਦੁੱਖ ਕੱਟੇ ਜਾਣਗੇ। ਉਹਨਾਂ ਦੀ ਗੱਲ ਦਾ ਜਵਾਬ ਮੈਂ ਦੇ ਤਾਂ ਦਿੱਤਾ, ਪਰ ਮੈਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਉਹ ਕਿਹਦੇ ਨਰਕ ਦੀ ਗੱਲ ਕਰਦੇ ਨੇ, ਸੱਤੀ ਦੇ, ਪਿਤਾ ਜੀ ਦੇ ਜਾਂ ਆਪਣੇ। ਦਿਲ 'ਚ ਆਇਆ ਕਹਿ ਦਿਆਂ ਵੀ ਜੋ ਕੁਝ ਤੁਸੀਂ ਭੋਗ ਰਹੇ ਹੋ, ਜੇ ਉਹ ਨਰਕ ਆ ਤਾਂ ਉਹ ਕੀ ਹੈ ਜੋ ਮੈਂ ਭੋਗ ਰਹੀ ਹਾਂ। ਸੱਤੀ ਦਿਨੇ ਪਤਾ ਨਹੀਂ ਕਿੱਥੇ ਫਿਰਦਾ ਰਹਿੰਦਾ, ਪਰ ਹਨੇਰੇ ਪੈਂਦੇ ਸਾਰ ਘਰ ਆ ਜਾਂਦਾ। ਉਹ ਡਰਿਆ ਜਿਹਾ ਹੁੰਦਾ ਤੇ ਰਾਤ ਨੂੰ ਮੰਜੇ ਤੇ ਪਿਆ ਧਰਮ ਗ੍ਰੰਥ ਪੜ੍ਹਦਾ ਰਹਿੰਦਾ। ਉਹਦਾ ਮੂੰਹ ਹਮੇਸ਼ਾ ਗੇਟ ਵੱਲ ਹੁੰਦਾ। ਦਿਨੇ ਤਾਂ ਉਹ ਬੈਠਦਾ ਹੀ ਵਰਾਂਡੇ 'ਚ ਗੇਟ ਵੱਲ ਮੂੰਹ ਕਰਕੇ ਸੀ। ਕਦੇ ਉਹਦੇ ਚਿਹਰੇ ਤੇ ਇੰਨੀ ਸ਼ਾਂਤੀ ਹੁੰਦੀ ਕਿ ਭਗਤਾਂ ਦੇ ਕੀ ਹੋਣੀ ਹੈ, ਪਰ ਕਦੇ ਇੰਨੀ ਵਿਆਕੁਲਤਾ ਹੁੰਦੀ ਕਿ ਲੱਗਦਾ ਉਸ ਨੂੰ ਕਾਹਲ ਪਈ ਹੋਈ ਹੈ। ਉਹ ਕਿਸੇ ਦੀ ਉਡੀਕ 'ਚ ਹੈ, ਜਿਵੇਂ ਕੋਈ ਪਲੇਟਫਾਰਮ ਤੇ ਬੈਠਾ ਗੱਡੀ ਉਡੀਕ ਰਿਹਾ ਹੋਵੇ, ਜਾਂ ਜਿਵੇਂ ਗੱਡੀ ਲੰਘ ਗਈ ਹੋਵੇ ਤੇ ਪਲੇਟਫਾਰਮ ਸੁੰਨਾ ਹੋ ਗਿਆ ਹੋਵੇ। ਇੱਕ ਦਿਨ ਚੌਂਕੜੀ ਮਾਰੀ, ਉਹ ਅੱਖਾਂ ਮੀਚੀ ਬੈਠਾ ਸੀ। ਮੈਂ ਸਾਹਮਣੇ ਜਾ ਖੜੀ ਹੋਈ। ਉਹਨੇ ਅੱਖਾਂ ਖੋਲ੍ਹੀਆਂ, ਫਿਰ ਬੰਦ ਕਰਕੇ ਹੱਥ ਜੋੜੇ ਤੇ ਸਿਰ ਝੁਕਾ ਦਿੱਤਾ। ਮਰਨ ਤੋਂ ਇੱਕ ਰਾਤ ਪਹਿਲਾਂ ਪਤਾ ਨਹੀਂ ਉਸਨੂੰ ਕਿਵੇਂ ਪਤਾ ਲੱਗ ਗਿਆ ਸੀ। ਉਹਨੇ ਇਸ਼ਾਰੇ ਨਾਲ ਮੈਨੂੰ ਆਪਣੇ ਮੰਜੇ ਤੇ ਬੁਲਾਇਆ। ਮੈਂ ਵਿਚਕਾਰਲੇ ਦਰਵਾਜ਼ੇ ਦੀ ਬੁਲਟ ਲਾ ਕੇ ਉਹਦੇ ਕੋਲ ਬਹਿ ਗਈ, ਫਿਰ ਉਸਦੇ ਕਹਿਣ ਤੇ ਨਾਲ ਲੇਟ ਗਈ। ਉਹ ਮੇਰੇ ਵੱਲ ਦੇਖਦਾ ਰਿਹਾ। ਫਿਰ ਉਹਦੀਆਂ ਬੁੱਝੀਆਂ ਜਿਹੀਆਂ ਅੱਖਾਂ 'ਚ ਹੰਝੂ ਆ ਗਏ। ਇੱਕਦਮ ਮੈਂ ਉਹਦਾ ਚਿਹਰਾ ਆਪਣੀ ਛਾਤੀ ਨਾਲ ਘੁੱਟ ਲਿਆ। ਕੀ ਗੱਲ ਹੈ ਮੇਰੇ ਬੱਚੇ? ਮੇਰੇ ਮੂੰਹੋਂ ਆਪਣੇ ਆਪ ਨਿਕਲ ਗਿਆ। ਉਹਨੇ ਅੱਖਾਂ ਮੀਚ ਲਈਆਂ, ਜਿਵੇਂ ਧਿਆਨ 'ਚ ਚਲਿਆ ਗਿਆ ਹੋਵੇ। ਅਗਲੀ ਸਵੇਰ ਉਹਨੇ ਬੈੱਡ ਟੀ ਨਹੀਂ ਪੀਤੀ। ਨਹਾ ਕੇ ਧੂਫ ਲਾ ਕੇ ਪਾਠ ਕਰਨ ਲੱਗ ਪਿਆ। ਹਾਲੇ ਪਹਿਲੇ ਹੀ ਮੰਤਰ ਪੜ੍ਹੇ ਹੋਣਗੇ ਕਿ ਉਹਦੇ ਹੱਥੋਂ ਕਿਤਾਬ ਡਿੱਗ ਪਈ ਤੇ ਉਹ ਫਰਸ਼ ਤੇ ਟੇਢਾ ਹੋ ਗਿਆ। ਮੈਂ ਰਸੋਈ 'ਚੋਂ ਭੱਜ ਕੇ ਜਾ ਕੇ ਉਹਨੂੰ ਚੁੱਕਿਆ ਤਾਂ ਮੇਰੀ ਚੀਖ ਨਿਕਲ ਗਈ। ਆਨੰਦ ਸਾਹਿਬ ਕੰਬਦੇ ਭੱਜੇ ਆਏ, ਪਰ ਉਹ ਕੁਝ ਹੋ ਚੁੱਕਿਆ ਸੀ ਜਿਸ ਦੀ ਉਡੀਕ ਸੱਤੀ ਨੂੰ ਸੀ, ਆਨੰਦ ਸਾਹਿਬ ਨੂੰ ਤੇ ਮੈਨੂੰ ਵੀ। ਹਾਜੀ ਹੋਣੀ ਹੋਈ ਨੂੰ ਸਾਲ ਬੀਤ ਗਿਆ, ਪਰ ਅੱਜ ਵੀ ਮੈਨੂੰ ਇਸ ਸਵਾਲ ਦਾ ਜਵਾਬ ਨਹੀਂ ਮਿਲ ਰਿਹਾ ਕਿ ਉਹ ਮੇਰਾ ਕੀ ਸੀ। ਕਹਾਣੀ ਸੁਣ ਲਈ ਬਹੁਤ ਬਹੁਤ ਧੰਨਵਾਦ।